ਪੱਲੇ ਪਾਏ ਜਾ ਰਹੇ, ਕੀ ਕਹਿਣਾ ਚਾਹੋਗੇ ਹਰਮਨ? ਸੋ ਅਸੀਂ 26 ਜਨਵਰੀ ਦਾ ਜਿਹੜਾ ਘਟਨਾਕ੍ਰਮ ਸੀਗਾ, 26 ਜਨਵਰੀ ਦੀਆਂ ਘਟਨਾਵਾਂ ਮੇਰਾ ਖਿਆਲ ਸਾਰੇ ਦਰਦਮੰਦ, ਗੈਰਤਮੰਦ, ਨਿਆਪਸੰਦ ਲੋਕਾਂ ਨੂੰ ਬੜਾ ਚਿੰਤਾ ਦਾ ਵਿਸ਼ਾ ਬਣ ਗਿਆ। ਮੈਨੂੰ ਵੀ ਬੜੀ ਚਿੰਤਾ ਇਸ ਗੱਲ ਦੀ, ਰਾਤ ਨੂੰ ਬੇਚੈਨੀ ਸੀਗੀ, ਬੇਚੈਨੀ ਦੇ ਆਲਮ ਦੇ ਵਿੱਚ ਕਿ ਇਹ ਸਾਡੇ ਨਾਲ ਕੀ ਹੋਣ ਜਾ ਰਿਹਾ। ਕੇਂਦਰ ਦੀ ਸਾਜ਼ਿਸ਼, ਦਰਿਆ ਦਾ ਵਗਦਾ ਪਾਣੀ ਕਦੇ ਕੋਈ ਵੱਟ ਬੰਨਾ ਮਾਰ ਕੇ ਰੋਕਿਆ ਮੋੜਿਆ ਨਹੀਂ ਜਾ ਸਕਦਾ। ਅੰਦੋਲਨਕਾਰੀਆਂ ਦਾ ਇੱਕ ਬਹਿਣ ਲਾਲ ਕਿਲ੍ਹਾ ਸਰਕਾਰ ਦੀ ਸਾਜ਼ਿਸ਼ ਸੀਗੀ ਕਿ ਇਸ ਅੰਦੋਲਨ ਨੂੰ ਪਾੜਨਾ ਕਿਵੇਂ, ਕਮਜ਼ੋਰ ਕਿਵੇਂ ਕਰਨਾ, ਬਦਨਾਮ ਕਿਵੇਂ ਕਰਨਾ। ਮੈਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਰਾਤ ਨੂੰ ਅਰਦਾਸ ਬੇਨਤੀ ਕੀਤੀ, ਬੇਚੈਨੀ ਸੀਗੀ ਬਹੁਤ ਜ਼ਿਆਦਾ ਵੀ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਿਓ, ਅਸੀਂ ਤੇਰੇ ਦਰ ਦੇ ਉੱਤੇ ਡੰਡੌਤ ਕਰਦੇ, ਸਾਈਕਲ ਮਾਰਚ ਕਰਦੇ ਹੋਏ ਸਾਰੇ ਨਤਮਸਤਕ ਹੋਣ ਆਵਾਂਗੇ। ਕਿਰਪਾ ਕਰੋ ਇਹ ਅੰਦੋਲਨ ਜਿਹੜਾ ਥੋੜਾ ਜਿਹਾ ਡਗਮਗਾ ਗਿਆ, ਸਰਕਾਰੀ ਸਾਜ਼ਿਸ਼ ਹਾਵੀ ਹੋਣ ਲੱਗੀ ਆ, ਕਿਰਪਾ ਕਰਦੇ ਹੋ ਅੰਦੋਲਨ ਤਾਕਤਵਰ ਹੋ ਜਾਵੇ। 27 ਤਰੀਕ 28 ਤਰੀਕ ਗੁਰੂ ਦੀ ਐਸੀ ਅਪਾਰ ਬਖਸ਼ਿਸ਼ ਹੋਈ। ਅਸੀਂ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਚੱਲੋ, ਮੋਰਚਾ ਮੱਲੋ ਮੱਥਾ ਟੇਕਿਆ। ਪਹਿਲਾ ਜਥਾ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਤੋਰਿਆ, ਬਹੁਤ ਵੱਡਾ ਕਾਫਲਾ, ਫਿਰ ਲੁਧਿਆਣੇ ਤੋਂ ਤੋਰਿਆ, ਫਿਰ ਤੀਸਰੇ ਦਿਨ ਫਗਵਾੜਾ ਤੋਂ, ਤੇ ਚੌਥੇ ਦਿਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕੱਲ ਸਮਾਪਤੀ ਕੀਤੀ। ਬੜੇ ਬੈਂਸ ਸਾਹਿਬ ਆਏ, ਆਲ ਪਾਰਟੀ ਮੀਟਿੰਗ ਕਾਰਨ ਮੈਨੂੰ ਚੰਡੀਗੜ੍ਹ ਜਾਣਾ ਪਿਆ। ਸੋ ਇਸ ਕਰਕੇ ਅੱਜ ਮੈਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਮੱਥਾ ਟੇਕ ਕੇ ਅਕਾਲ ਤਖਤ ਸਾਹਿਬ ਅਰਦਾਸਾਂ ਬੇਨਤੀ ਲਾ ਕੇ ਗੁਰੂ ਦੇ ਚਰਨਾਂ 'ਚ ਵੀ ਅੰਦੋਲਨਕਾਰੀ ਸੰਗਤ ਨੂੰ ਚੜ੍ਹਦੀ ਕਲਾ ਤੇ ਬੁਲੰਦ ਹੌਸਲੇ, ਅਰ ਅੰਦੋਲਨ ਸਫਲ ਹੋ ਜਾਵੇ, ਆਦੀਆਂ ਬੇਅੰਦੀਆਂ ਦਾ ਨਾਸ਼ ਤੇ ਸਤਬੁੱਧੀ ਜਿਹੜੀ ਦੇਸ਼ ਦੀ ਵੋਟਾਂ ਦੁਆਰਾ ਚੁਣੀ ਹੋਈ ਸਰਕਾਰ, ਉਹਦੇ ਪ੍ਰਧਾਨ ਮੰਤਰੀ ਤੇ ਉਸ ਪਾਰਟੀ ਦੇ ਲੀਡਰਾਂ ਨੂੰ ਸਮਤ ਬਖਸ਼ਿਸ਼ ਕਰੋ ਸਤਿਗੁਰੂ, ਉਹਨਾਂ ਨੂੰ ਐਸੀ ਬੁੱਧੀ ਦੇ ਦਿਓ ਕਿ ਉਹ ਇਸ ਅੰਦੋਲਨ ਦੀਆਂ ਭਾਵਨਾਵਾਂ ਨੂੰ ਜਿਹੜਾ ਕੁਚਲਣ ਦਾ ਯਤਨ ਕਰਦੇ ਉਹਨਾਂ ਨੂੰ ਬੁੱਧੀ ਬਖਸ਼ਿਸ਼ ਕਰੋ, ਉਹ ਇਹ ਕਾਲੇ ਕਾਨੂੰਨ ਵਾਪਸ ਲੈ ਲੈਣ। ਇਹ ਅੱਜ ਦਾ ਪ੍ਰੋਗਰਾਮ। ਸੋ ਅਸੀਂ ਇੱਥੋਂ ਸਾਰਿਆਂ ਨੇ ਅਮਰੀਕ ਬਰਪਾਲ ਜੀ ਦੀ ਅਗਵਾਈ ਦੇ ਵਿੱਚ, ਕਿਉਂਕਿ ਮਾਝੇ ਦਾ ਸਾਰਾ ਕਾਫਲਾ ਹੈ ਔਰ ਲੁਧਿਆਣੇ ਤੋਂ ਵੀ ਇੱਕ ਕਾਫਲੇ ਨੇ ਨਾਲ ਜੁੜਨਾ। ਅੱਜ ਦੇ ਕਾਫਲੇ ਦੇ ਵਿੱਚ ਮੇਰੀ ਬੇਟੀ, ਮੇਰੇ ਵੱਡੇ ਭੈਣ ਜੀ 2 ਐਂਡ ਮੇਰੀ ਵਾਈਫ, ਮੇਰੇ ਸਤਿਕਾਰਯੋਗ ਵੱਡੇ ਭਾਬੀ ਜੀ, ਸਾਰੇ ਮੇਰੀ ਬੇਟੀ, ਸਾਰੇ ਅਸੀਂ ਇਸ ਕਾਫਲੇ ਦੇ ਵਿੱਚ ਦਿੱਲੀ ਸਿੰਘੂ ਬਾਰਡਰ ਐਂਡ ਉੱਥੇ ਰੁਕ ਕੇ ਅਗਲਾ ਪ੍ਰੋਗਰਾਮ ਹੈਗਾ ਟਕੈਤ ਸਾਹਿਬ ਦੀ ਦਲੇਰੀ ਨੂੰ ਸਲੂਟ ਮਾਰਨ ਦਾ। ਐਸਾ ਮਹਾਨ ਲੀਡਰ ਕਹੂੰਗਾ, ਐਸੀ ਦਲੇਰੀ, यूपी पुलिस की गुंडागर्दी, दिल्ली सरकार की गुंडागर्दी, मानसिक तशद्दद सीए दिते ते उन्हां दी हंझूआं भरी अपील ने जिहड़ा अंदोलन डगमगाउण लग्या सी, साजिश सीगी केंद्र दी, पंजाब दे लोकां नूं खालिस्तानी ते अतवादी दस्सण वाली, उन्हां दे हंझूआं ने वो सारी साजिश धो दित्ती। सो असीं एक प्रोग्राम बनाया, सारिਆਂ ने आपो अपना एक एक गहना दिता, किसी ने मुंदी देती, कड़ा देता, किसी ने चेन दे दित्ती, किसी भैन ने वालियां दे दित्तियां। ਅਸੀਂ ਉਹਨਾਂ ਨੂੰ ਇੱਕ ਸੋਨੇ ਦੀ ਕਈ ਭੇਟ ਕਰਨੀ ਆ। ਪੈਸਿਆਂ ਨਾਲ ਵੀ ਸੋਨੇ ਦੀ ਕਈ ਬਣ ਸਕਦੀ ਸੀ, ਪਰ ਆਪਣਾ ਗਹਿਣਾ ਦੇਣ ਦਾ ਮਤਲਬ ਆ ਬੰਦੇ ਨੂੰ ਸੋਨੇ ਦਾ ਗਹਿਣਾ ਬੜਾ ਪਿਆਰਾ ਹੁੰਦਾ। ਅਸੀਂ ਇਹ ਸੰਦੇਸ਼ ਕਿ ਸਾਨੂੰ ਆਪਣੇ ਸੋਨੇ ਦੇ ਗਹਿਣਿਆਂ ਨਾਲੋਂ ਟਕੈਤ ਸਾਹਿਬ ਦੀ ਸ਼ਖਸੀਅਤ ਤੇ ਉਹਨਾਂ ਦੀ ਦਲੇਰੀ ਪਸੰਦ ਹੈ, ਉਹਨੂੰ ਅਸੀਂ ਸਲਾਮ ਕਰਦੇ ਹਾਂ। ਔਰ ਕੱਲ ਆਲ ਪਾਰਟੀ ਮੀਟਿੰਗ ਜਿਹਦੇ 'ਚ ਮੈਂ ਸ਼ਮੂਲੀਅਤ ਕੀਤੀ, ਲੋਕ ਇਨਸਾਫ ਪਾਰਟੀ ਨੇ ਪਹਿਲ ਕੀਤੀ। ਮੈਂ 3 ਦਿਨ ਪਹਿਲਾਂ ਸਾਰੇ ਪੰਜਾਬ ਦੀਆਂ ਛੋਟੀਆਂ ਵੱਡੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਚਿੱਠੀ ਲਿਖ ਕੇ ਉਹਨਾਂ ਨੂੰ ਇੱਕ ਕਰਟਸੀ ਟੈਲੀਫੋਨ ਕਾਲ ਵੀ ਕੀਤੀ ਕਿ ਜੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਆਪਸੀ ਮਤਭੇਦ ਆ ਉਹਨਾਂ 'ਚ, ਪਰ ਉਹ ਆਪਸੀ ਮਤਭੇਦ ਪਰੇ ਰੱਖ ਕੇ ਅੱਜ ਇੱਕ ਸਿਰ ਹੋ ਕੇ ਬੈਠੇ ਆ। ਉਹ ਅੱਜ ਅੰਦੋਲਨ ਨੂੰ ਇਸ ਤਰੀਕੇ ਚਲਾ ਰਿਹਾ, ਮਤਭੇਦ ਹੈਗੇ ਆ ਪਰ ਕਾਲੇ ਕਾਨੂੰਨਾਂ ਦੀ ਸਮਾਪਤੀ ਵਾਸਤੇ ਇੱਕਜੁੱਟ ਆ। ਕਾਸ਼ ਕਿਤੇ ਪੰਜਾਬ ਦੀ ਰਾਜਸੀ ਜਮਾਤ ਇੱਕ ਆਵਾਜ਼, ਇੱਕ ਹੋਕਾ ਦੇ ਦੇਵੇ, ਜਿਹੜਾ ਟੀਵੀ ਦੇ ਉੱਤੇ ਬੈਠ ਕੇ ਇੱਕ ਦੂਜੇ ਦੇ ਵਿਰੁੱਧ ਕੁੱਕੜ ਖੇਡ ਆਉਂਦੇ ਆ, ਇਹ ਬੰਦ ਕਰ ਦਈਏ। ਇੱਕੋ ਹੀ ਸਾਡਾ ਨਿਸ਼ਾਨਾ ਹੋਵੇ, ਮੱਛੀ ਨਹੀਂ, ਮੱਛੀ ਦੀ ਅੱਖ ਨਿਸ਼ਾਨਾ। ਅਸੀਂ ਇੱਕ ਦੂਜੇ ਦੇ ਵਿਰੁੱਧ ਦੂਸ਼ਣਬਾਜ਼ੀ, ਆਰੋਪ ਪ੍ਰਤੀਆਰੋਪ, ਝੂਠੇ ਸੱਚੇ ਇਲਜ਼ਾਮ ਇਹ ਬੰਦ ਕਰ ਦਈਏ। ਜਿੰਨੇ ਦਿਨ ਤੱਕ ਕਾਲਾ ਕਾਨੂੰਨ ਸਮਾਪਤ ਨਹੀਂ ਹੁੰਦਾ, ਸਾਡਾ ਸਾਰਿਆਂ ਦਾ ਇੱਕੋ ਹੀ ਨਿਸ਼ਾਨਾ ਹੋਵੇ, ਕਾਲਾ ਕਾਨੂੰਨ ਰੱਦ ਕਰਾਉਣ ਲਈ ਮੋਦੀ ਸਰਕਾਰ ਦੇ ਵਿਰੁੱਧ ਸਾਡੀ ਬਿਆਨਬਾਜ਼ੀ ਤੇ ਅੰਦੋਲਨ ਨੂੰ ਤਾਕਤਵਰ ਕਰਨ ਦਾ ਯਤਨ। ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ, ਕਹਿੰਦੇ ਜੀ ਤੁਸੀਂ ਪ੍ਰਧਾਨ ਮੰਤਰੀ ਤੋਂ ਟਾਈਮ ਲਓ। ਮੈਂ ਕਿਹਾ ਜੀ ਲੈ ਲਓ ਜੀ, ਸਦਕੇ ਲਓ, ਪਹਿਲਾਂ ਆਪਾਂ ਨੂੰ ਟਾਈਮ ਮਿਲਿਆ ਨਹੀਂ, ਤੁਸੀਂ ਪਹਿਲਾਂ ਵੀ ਯਤਨ ਕੀਤਾ, ਤੁਹਾਨੂੰ ਲਿਖ ਕੇ ਆ ਗਿਆ ਮੀਟ ਹੋਮ ਮਿਨਿਸਟਰ,
ਤੁਸੀਂ ਐਂ ਦੱਸੋ, ਜੇ ਆਪਾਂ ਨੂੰ ਟਾਈਮ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੇ ਦਿੰਦੇ ਆ, ਕੀ ਤੁਹਾਡੇ ਕਹੇ ਤੇ ਕਾਨੂੰਨ ਰੱਦ ਹੋ ਸਕਦੇ ਆ? ਸਾਰੀਆਂ ਪਾਰਟੀਆਂ ਦੇ ਲੀਡਰਾਂ ਦਾ ਸੀ ਵੀ ਨਹੀਂ, ਤੇ ਫਿਰ ਮੈਂ ਕਿਹਾ ਇਸ ਪਾਸੇ ਟਾਈਮ ਜਾ ਕਾਹਨੂੰ ਕਰਨਾ। ਅੱਜ ਇੱਕੋ ਗੱਲ ਦੀ ਲੋੜ ਆ, ਜੇ ਕਾਲੇ ਕਾਨੂੰਨ ਗੁਰੂ ਕਿਰਪਾ ਰੱਦ ਹੋਣੇ ਆ ਤੇ ਅੰਦੋਲਨ ਦੀ ਤਾਕਤ ਕਰਕੇ ਰੱਦ ਹੋਣੇ ਆ, ਫਿਰ ਅਸੀਂ ਅੰਦੋਲਨ ਨੂੰ ਤਾਕਤਵਰ ਕਿਉਂ ਨਹੀਂ ਕਰਦੇ? ਮੈਂ ਸੁਝਾਅ ਦਿੱਤਾ ਵੀ 115 MLA ਬੀਜੇਪੀ ਵਾਲਿਆਂ ਨੂੰ ਪਰੇ ਛੱਡ ਦਿਓ ਤੇ ਸਾਰੇ ਮੈਂਬਰ ਪਾਰਲੀਮੈਂਟ ਚਲੋ ਦਿੱਲੀ ਡੇਰਾ ਲਾਈਏ, ਕਿਸਾਨ ਅੰਦੋਲਨ ਦੀ ਸਟੇਜ ਤੋਂ ਕੋਈ 100-200 ਮੀਟਰ ਦੂਰ ਬੈਠ ਜਾਈਏ, ਤਾਂ ਕਿ ਦੇਸ਼ ਦੀ ਸਰਕਾਰ ਨੂੰ ਇੱਕ ਸਖਤ ਸੁਨੇਹਾ ਹੈਗਾ ਇਸ ਗੱਲ ਦਾ ਵੀ ਯਾਰ ਇਹ ਰਾਜਨੀਤਿਕ ਲੋਕ ਜਿਹੜੇ ਆਪਸ ਦੇ ਵਿੱਚ ਕੁੱਕੜਾਂ ਵਾਂਗੂ ਫਸਦੇ ਸੀ, ਇਹ ਕਾਲਾ ਕਾਨੂੰਨ ਰੱਦ ਕਰਨ ਵਾਸਤੇ ਸਾਰੇ ਇਕਸੁਰ ਹੋ ਗਏ। ਇਹ ਮੈਸੇਜ ਪੂਰੀ ਦੁਨੀਆ 'ਚ ਬੈਠੇ ਨਿਆਂ ਪਸੰਦ ਲੋਕ ਜਿਹੜੇ ਜਿਸਮਾਨੀ ਤੌਰ ਤੇ ਇਸ ਅੰਦੋਲਨ 'ਚ ਹਾਜ਼ਰੀ ਨਹੀਂ ਭਰ ਸਕੇ, ਦਿਲੋਂ ਇਸ ਅੰਦੋਲਨ ਦੇ ਨਾਲ ਤੁਹਾਡੇ ਮੇਰੇ ਤੋਂ ਵੱਧ ਚਿੰਤਤ ਹੋ ਕੇ ਜੁੜੇ ਹੋਏ ਆ, ਉਹਨਾਂ ਲਈ ਇੱਕ ਸ਼ੁਭ ਸੰਕੇਤ ਆ ਵੀ ਸ਼ੁਕਰ ਆ ਇਹਨਾਂ ਲੋਕਾਂ ਨੂੰ ਵੀ। ਪਰ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਸਾਰੀਆਂ ਗੱਲਾਂ ਤਾਂ ਨਹੀਂ ਹੋਈਆਂ, ਪਰ ਇੱਕ ਗੱਲ ਜ਼ਰੂਰ ਹੋਈ ਕਿ ਸਾਰੀਆਂ ਧਿਰਾਂ ਇਸ ਗੱਲ ਲਈ ਰਾਜੀ ਆ ਕਿ ਅੰਦੋਲਨ ਨੂੰ ਤਾਕਤਵਰ ਕਿੱਦਾਂ ਕਰਨਾ, ਆਪਣੀ ਸਮਰੱਥਾ ਅਨੁਸਾਰ ਅੰਦੋਲਨ ਦੇ ਵਿੱਚ ਕਿਹੜੀ ਉੱਥੇ ਆਪਾਂ ਲੋਕਾਂ ਦੀ ਗਿਣਤੀ ਕਿੱਦਾਂ ਵਧਾਉਣੀ ਆ, ਕੀ ਅਸੀਂ ਉਹਦੇ ਲਈ ਕਰ ਸਕਦੇ ਹਾਂ, ਇਸ ਗੱਲ ਤੇ ਸਾਰੇ ਸਹਿਮਤ ਹੋਏ। ਮੈਂ ਫਿਰ ਬੇਨਤੀ ਕਰੂੰਗਾ ਕਿ ਅੱਜ ਵੇਲਾ ਇੱਕ ਦੂਜੇ ਨੂੰ ਨਿੰਦਣ ਦਾ ਨਹੀਂ, ਵੋਟਾਂ ਪਹਿਲਾਂ ਵੀ ਪੈਂਦੀਆਂ ਆਈਆਂ, ਅੱਗੇ ਵੀ ਪੈਂਦੀਆਂ ਰਹਿਣੀਆਂ, ਦੋਸ਼ ਸੱਚੇ ਝੂਠੇ ਆਰੋਪ ਲੱਗਦੇ ਆਏ, ਲੱਗਦੇ ਰਹਿਣੇ। ਕਾਈਂਡਲੀ ਸੀਜ਼ਫਾਇਰ ਹੋਣਾ ਚਾਹੀਦਾ ਪੰਜਾਬ ਦੀ ਰਾਜਸੀ ਜਮਾਤ ਦੇ ਅੰਦਰ। ਸਾਡਾ ਇੱਕੋ ਹੀ ਨਿਸ਼ਾਨਾ, ਇੱਕੋ ਹੀ ਫੋਕਸ, ਇੱਕੋ ਹੀ ਟਾਰਗੇਟ ਕਿ ਕਾਲਾ ਕਾਨੂੰਨ ਰੱਦ ਕਰਾਉਣ ਲਈ ਅੰਦੋਲਨ ਨੂੰ ਤਾਕਤਵਰ ਕਿਵੇਂ ਕਰਨਾ। ਸੋ ਮੈਂ ਆਸ ਕਰੂੰਗਾ ਅਗਲੀ ਮੀਟਿੰਗ ਦੇ ਵਿੱਚ ਹੋ ਸਕਦਾ ਹੈ ਸਾਰੇ ਮੰਨ ਜਾਣ। ਦੂਸਰੇ ਪਾਸੇ ਤੁਸੀਂ ਤਾਕਤਵਰ ਕਰਨ ਦੀ ਗੱਲ ਕਰ ਰਹੇ ਹੋ ਤੇ ਦੂਸਰੇ ਪਾਸੇ ਤੇ ਕਿੱਲਾਂ ਲਗਾਈਆਂ ਜਾ ਰਹੀਆਂ ਨੇ, ਟਰੈਕਟਰ ਨਹੀਂ ਅੰਦਰ ਵੜਨ ਦਿੱਤੇ ਜਾ ਰਹੇ। ਕੇਂਦਰ ਸਰਕਾਰ ਇੱਕ ਬੰਨੇ ਗੱਲਬਾਤ ਕਰਨ ਦੀ ਤਵੀਜ਼ ਦੇ ਰਹੀ ਹੈ, ਦੂਸਰੇ ਪਾਸੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਰਹੀ, ਕਿਸ ਤਰ੍ਹਾਂ ਵੇਖਦੇ ਹੋ ਬੈਂਸ ਸਾਹਿਬ ਤੁਸੀਂ? ਦੇਖੋ, ਨੈੱਟ ਬੰਦ ਕਰ ਦੇਣਾ, ਸੜਕਾਂ ਪੱਟ ਟੋਏ ਉੱਤੇ ਬੰਕਰ ਬਣਾ ਦੇਣੇ, ਸੂਏ ਗੱਡ ਦੇਣੇ, ਟੈਂਟ ਤੇ ਤੰਬੂ ਪਾੜ ਦੇਣੇ, ਬੱਟੇ ਮਾਰਨੇ, ਡਾਂਗਾ ਮਾਰਨੀਆਂ, ਇਹ ਬੁਖਲਾਹਟ ਹੈਗੀ ਹੈ ਕੇਂਦਰ ਸਰਕਾਰ ਦੀ। ਉਹਦੀ ਬੁਖਲਾਹਟ, ਉਹਦੀ ਹਾਰ। ਅੱਜ ਪੂਰੀ ਦੁਨੀਆ ਦੇ ਅੰਦਰ ਤੁਸੀਂ ਦੇਸ਼ ਦੀ ਰਾਜਧਾਨੀ ਨੂੰ ਆਈਸੋਲੇਟ ਕਰਨ ਲੱਗੇ ਹੋ। ਇਉਂ ਲੱਗਦਾ ਵੀ ਤੁਹਾਡੇ ਤੇ ਕੋਈ ਚੀਨ ਜਾਂ ਪਾਕਿਸਤਾਨ ਨੇ ਅਟੈਕ ਕਰਨਾ। ਕਿਸੇ ਦੁਸ਼ਮਣ ਦੇਸ਼ ਦੇ ਅਟੈਕ ਤੋਂ ਬਚਣ ਵਾਸਤੇ ਤੁਸੀਂ ਆਪਣੀ ਦਿੱਲੀ ਦਾ ਸੁਰੱਖਿਆ ਘੇਰਾ, ਅੱਜ ਸਾਡੇ ਮਹਾਨ ਦੇਸ਼ ਦੀ ਮਹਾਨ ਪਰੰਪਰਾ, ਮਹਾਨ ਦੇਸ਼ ਦਾ ਮਹਾਨ ਲੋਕਤੰਤਰ ਜਿਹੜਾ ਪੂਰੀ ਦੁਨੀਆ 'ਚ ਸਭ ਤੋਂ ਵੱਡਾ, ਅੱਜ ਉਹਦਾ ਮੋਦੀ ਸਰਕਾਰ ਜਨਾਜ਼ਾ ਕੱਢ ਰਹੀ ਹੈ, ਜਲੂਸ ਕੱਢ ਰਹੀ ਹੈ। ਅੱਜ ਉਹਦਾ ਦੁੱਖ ਤੇ ਅਫਸੋਸ ਆ ਕਿ ਮੋਦੀ ਸਾਹਿਬ ਦੇ ਸਲਾਹਕਾਰ ਅੱਜ ਕਿਹੜੇ ਰਾਹ ਮੋਦੀ ਨੂੰ ਤੁਰੀ ਜਾਂਦੇ ਆ। ਉਹ ਲੋਕ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਜੱਟ ਬੂਟ, ਅੱਜ ਜੱਟ ਬੂਟ ਨੇ ਦੱਸ ਦਿੱਤਾ ਬਿਊਰੋਕ੍ਰੇਸੀ ਨੂੰ, ਪੜ੍ਹੇ ਲਿਖੇ ਲੋਕਾਂ ਨੂੰ, ਸਰਕਾਰ ਚਲਾਉਣ ਵਾਲੇ ਲੋਕਾਂ ਨੂੰ ਦੱਸ ਦਿੱਤਾ ਵੀ ਇਹ ਜੱਟ ਬੂਟ ਨਹੀਂ, ਇਹ ਤੁਹਾਨੂੰ ਕਾਨੂੰਨ ਸਿਖਾ ਸਕਦਾ। ਜਿਹੜਾ ਤੁਸੀਂ ਕਾਨੂੰਨ ਬਣਾਇਆ ਉਹ ਬਿਲਕੁਲ ਸੰਵਿਧਾਨਕ ਢਾਂਚੇ ਦੇ ਉੱਤੇ ਅਟੈਕ ਆ, ਹਮਲਾ, ਉਹ ਕਾਨੂੰਨ ਤੁਹਾਨੂੰ ਰੱਦ ਕਰਨਾ ਪੈਣਾ। ਲੇਕਿਨ ਜੋ ਜਲਾਲਾਬਾਦ ਦੇ ਵਿੱਚ ਹੋਇਆ, ਜੋ ਤਰਨਤਾਰਨ ਵਿੱਚ ਜੋ ਹਾਲਾਤ ਹੋਏ ਨੇ ਬਾਈ ਇਲੈਕਸ਼ਨਸ ਨੂੰ ਲੈ ਕੇ, ਕਿਸ ਤਰ੍ਹਾਂ ਦੇਖਦੇ ਹੋ ਜਿਹੜੀਆਂ ਲੋਕਲ ਬਾਡੀ ਇਲੈਕਸ਼ਨਸ ਨੂੰ? ਦੇਖੋ, ਗੱਲ ਸੁਣੋ, ਮੈਂ ਨਿੰਦਾ ਕਰਦਾ ਇਸ ਗੱਲ ਦੀ, ਮੈਂ ਇਸ ਗੱਲ ਦੀ ਘੋਰ ਨਿੰਦਾ ਕਰਦਾ ਜੋ ਉੱਥੇ ਕੱਲ ਹੋਇਆ। ਡੈਮੋਕ੍ਰੇਸੀ ਦੇ ਅੰਦਰ ਸਾਡੀ ਜੜ ਪਹਿਲੀ ਵੋਟ ਸਰਪੰਚ ਕੌਂਸਲਰ ਦੀ ਹੈ। ਜੇ ਅਸੀਂ ਆਪਣੀ ਜੜ ਕਮਜ਼ੋਰ ਕਰ ਲਵਾਂਗੇ ਫਿਰ ਇਹ ਲੋਕਤੰਤਰ ਵਾਸਤੇ ਬੜਾ ਖਤਰਨਾਕ ਰੁਝਾਨ ਆ। ਪਰ ਇੱਕ ਗੱਲ ਯਾਦ ਰੱਖੋ, ਸੁਖਬੀਰ ਤੇ ਹਮਲਾ, ਮੈਂ ਨਿੰਦਾ ਕਰਦਾ ਇਸ ਗੱਲ ਦੀ, ਪਰ ਯਾਦ ਰੱਖੋ ਇਹ ਗੁੰਡਾਗਰਦੀ ਦਾ ਤਾਂਡਵ ਨਾਚ ਸ਼ੁਰੂ ਕਿਹਨੇ ਕੀਤਾ ਪੰਜਾਬ ਦੇ ਅੰਦਰ? ਇਹ ਉਹੀ ਸੁਖਬੀਰ ਬਾਦਲ ਐਂਡ ਕੰਪਨੀ ਹੈ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਇਹ ਰਵਾਇਤ ਪਾਈ ਸੀਗੀ। ਹੱਥਾਂ ਦੀਆਂ ਪਾਈਆਂ ਗੰਢਾਂ ਅੱਜ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ ਨੇ। ਲੇਕਿਨ ਬਿਕਰਮ ਸਿੰਘ ਮਜੀਠੀਆ ਹੁਣੇ ਕਹਿ ਰਹੇ ਕਿ ਅਸੀਂ ਪਹਿਲਾਂ ਪੈਰਾਮਿਲਟਰੀ ਫੋਰਸਿਸ ਦੀ ਡਿਮਾਂਡ ਕੀਤੀ ਸੀਗੀ। ਇਹਨਾਂ ਨੇ ਆਪਣੀ ਵਾਰੀ ਪੈਰਾਮਿਲਟਰੀ ਫੋਰਸਿਸ ਕਿੰਨੀਆਂ ਕਲਾਈਆਂ ਸੀ ਜਦੋਂ ਇਹ 10 ਸਾਲ ਸੱਤਾ 'ਤੇ ਰਹੇ। ਡਾਂਗ ਦੇ ਨਾਲ ਇਹਨਾਂ ਨੇ ਲੋਕਲ ਬਾਡੀ ਦੀਆਂ ਇਲੈਕਸ਼ਨਾਂ, ਚਾਹੇ ਉਹ ਸਰਪੰਚੀ ਆ, ਉਹ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਜਾਂ ਲੋਕਲ ਬਾਡੀ ਦੀਆਂ, ਜਿੱਤੀਆਂ ਕਿ ਨਹੀਂ ਜਿੱਤੀਆਂ। ਅੱਜ ਇਹਨਾਂ ਨੂੰ ਪੈਰਾਮਿਲਟਰੀ ਫੋਰਸਿਸ ਚੇਤੇ ਆਉਂਦੀਆਂ ਨੇ। ਇਹਨਾਂ ਨੂੰ ਪੁੱਛੇ ਕੋਈ ਵੀ ਤੁਸੀਂ ਖੁਦ ਕੀ ਕੀਤਾ, ਜੋ ਤੁਸੀਂ ਬੀਜਿਆ ਅੱਜ ਤੁਹਾਨੂੰ ਵੱਢਣਾ ਪੈ ਰਿਹਾ। ਮੈਂ ਨਿੰਦਾ ਕਰਦਾ, ਇਹ ਸਾਡੀ ਡੈਮੋਕ੍ਰੇਸੀ ਵਾਸਤੇ ਬਹੁਤ ਖਤਰਨਾਕ ਰੁਝਾਨ ਹੈਗਾ। ਲੇਕਿਨ ਤੁਸੀਂ ਸਮਝਦੇ ਹੋ ਕਿ ਤਿਰੰਗੇ ਦਾ ਅਪਮਾਨ ਹੋਇਆ, ਕਿਉਂਕਿ ਲਗਾਤਾਰ ਹੀ ਜਦੋਂ ਤਿਰੰਗਾ ਨਹੀਂ ਵੀ ਸੀਗਾ ਉੱਥੇ ਨਿਸ਼ਾਨ ਸਾਹਿਬ ਝੂਲਦਾ ਸੀਗਾ ਜੀ। ਦੇਖੋ, ਗਲਤ ਹੈਗਾ, ਤਿਰੰਗਾ ਆਪਣੀ ਜਗ੍ਹਾ ਦੇ ਉੱਤੇ ਲਹਿਰਾ ਰਿਹਾ। ਤੁਸੀਂ ਵੀ ਵੀਡੀਓਜ਼ ਦੇਖੇ, ਅਸੀਂ ਵੀ ਸਾਰਿਆਂ ਨੇ ਦੇਖੇ ਆ। ਪਰ ਲਾਲ ਕਿਲੇ ਦੀ ਫਸੀਲ ਦੇਸ਼ ਦੇ ਨੈਸ਼ਨਲ ਫਲੈਗ ਵਾਸਤੇ ਆ, ਰਾਸ਼ਟਰੀ ਝੰਡੇ ਵਾਸਤੇ ਆ। ਦਰਿਆ ਦਾ ਪਾਣੀ ਕਦੇ ਵੱਟ ਮਾਰਿਆ ਆਪਣਾ ਰੁੱਖ ਨਹੀਂ ਬਦਲੀ ਕਰਦਾ।
ਅੰਦੋਲਨਕਾਰੀ ਲੋਕ ਦਰਿਆਵਾਂ ਦੇ ਪਾਣੀ ਸਮਾਨ ਹੁੰਦੇ ਆ। 32 ਕਿਲੋਮੀਟਰ ਦਾ ਸਫ਼ਰ ਲਾਲ ਕਿਲ੍ਹਾ ਟੂ ਸਿੰਘੂ ਬਾਰਡਰ, ਤੁਸੀਂ ਕਿਸਾਨ ਲੀਡਰਾਂ ਦੇ ਉੱਤੇ FIR ਦਿੱਤੀ ਆ। ਦੇਸ਼ ਦਾ ਗ੍ਰਹਿ ਮੰਤਰੀ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਫੇਲ ਹੋ ਗਿਆ। 32 ਕਿਲੋਮੀਟਰ ਕਿੱਥੇ ਪੁਲਿਸ ਫੋਰਸ ਰਹੀ, ਕਿੱਥੇ ਲਾਅ ਐਂਡ ਆਰਡਰ ਰਿਹਾ। ਦੇਸ਼ ਦੇ ਗ੍ਰਹਿ ਮੰਤਰੀ ਦੇ ਉੱਤੇ ਪਹਿਲਾਂ FIR ਦੇਣੀ ਚਾਹੀਦੀ ਸੀ, ਉਹਨੂੰ ਫੜ ਕੇ ਅੰਦਰ ਤੁੰਦੇ ਵੀ ਤੂੰ ਆਪਣੀ ਡਿਊਟੀ 'ਚ ਫੇਲ ਆ। ਜਿਹੜਾ ਗ੍ਰਹਿ ਮੰਤਰੀ ਆਪਣੇ ਦੇਸ਼ ਦੇ ਲਾਲ ਕਿਲ੍ਹਾ, ਜਿੱਥੇ 15 ਅਗਸਤ ਤੇ 26 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਝੰਡਾ ਫਹਿਰਾ ਕੇ ਕੌਮ ਨੂੰ ਸੰਬੋਧਨ ਕਰਨਾ, ਦੇਸ਼ ਨੂੰ ਸੰਬੋਧਨ ਕਰਨਾ, ਗ੍ਰਹਿ ਮੰਤਰੀ ਉਹਦੀ 32 ਕਿਲੋਮੀਟਰ ਤੱਕ ਸਭ ਤੋਂ ਪਹਿਲਾਂ ਅਮਿਤ ਸ਼ਾਹ ਦੇ ਉੱਤੇ FIR ਹੁੰਦੀ, ਦੁਨੀਆ ਨੂੰ ਇੱਕ ਮੈਸੇਜ ਜਾਂਦਾ। ਮੈਂ ਮੰਨਦਾ ਕਿ ਇਹ ਜਿਹੜੇ ਅੰਦੋਲਨਕਾਰੀ ਲੋਕ ਉਹ ਦਰਿਆ ਦੇ ਵਗਦੇ ਪਾਣੀ ਸਮਾਨ ਆ, ਉਹ ਕੇਂਦਰ ਦੀ ਸਾਜ਼ਿਸ਼ ਨੂੰ ਨਹੀਂ ਸਮਝ ਸਕੇ। ਔਰ ਮੈਂ ਇਹ ਵੀ ਅਪੀਲ ਕਰਦਾ ਲੱਖਾ ਸਦਾਣਾ, ਦੀਪ ਸਿੱਧੂ, ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੂੰ ਕਿ ਤੁਸੀਂ ਆਪਸ ਦੇ ਵਿੱਚ ਬਿਆਨਬਾਜ਼ੀ 'ਚ ਰੋਜ਼ ਤੁਸੀਂ ਲਾਈਵ ਤੇ ਲਾਈਵ ਪਾ ਰਹੇ ਹੋ। ਤੁਹਾਡੇ ਸਪੋਰਟਰ ਇੱਕ ਦੂਸਰੇ ਦੇ ਵਿਰੁੱਧ, ਕੇਂਦਰ ਕੀ ਚਾਹੁੰਦਾ ਸੀ? ਕੇਂਦਰ ਆਹੀ ਕੁਝ ਚਾਹੁੰਦਾ ਸੀਗਾ। ਦੋਸਤੋ, ਮੇਰੀ ਅਪੀਲ ਹੈ ਇਹਨਾਂ ਤਿੰਨੋਂ ਧਿਰਾਂ ਨੂੰ ਕਿ ਕਿਰਪਾ ਕਰਕੇ ਸੀਜ਼ਫਾਇਰ ਕਰ ਦਿਓ। ਕਿਸੇ ਨੇ ਪਿਛੋਕੜ 'ਚ ਚੰਗਾ ਕੀਤਾ ਮਾੜਾ ਕੀਤਾ, ਸਮਾਂ ਆਉਣ ਤੇ ਸਾਹਮਣੇ ਆ ਜਾਣਾ। ਅੱਜ ਕੋਈ ਤਿੰਨੋਂ ਧਿਰਾਂ, ਚਾਹੇ ਉਹ ਲੱਖਾ, ਚਾਹੇ ਦੀਪ ਸਿੱਧੂ, ਚਾਹੇ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਆ, ਇੱਕੋ ਹੀ ਨਿਸ਼ਾਨਾ ਕਿ ਕਾਲਾ ਕਾਨੂੰਨ ਰੱਦ ਕਰਾਉਣ ਵਾਸਤੇ ਅਸੀਂ ਯੂਨਿਟੀ ਕਿਵੇਂ ਰੱਖਣੀ ਆ, ਅਸੀਂ ਇਹਨੂੰ ਰੱਦ ਕਰਾਉਣ ਲਈ ਏਕਾ ਕਿੱਦਾਂ ਰੱਖਣਾ। ਨਹੀਂ ਆਪਸ ਦੇ ਵਿੱਚ ਤਕਰਾਰਬਾਜ਼ੀ, ਕੋਈ ਅਸੀਂ ਇੱਕ ਦੂਜੇ ਦੇ ਵਿਰੁੱਧ ਕੜਤਣ ਨਹੀਂ, ਮੀਡੀਆ ਪ੍ਰੈਸ ਦੇ ਵਿੱਚ ਜਾਂ ਆਪਣੇ ਸੋਸ਼ਲ ਅਕਾਊਂਟ ਤੋਂ ਨਹੀਂ ਬੋਲਣੀ। ਅਸੀਂ ਬੋਲਣਾ ਤੇ ਸਿਰਫ ਮੋਦੀ ਦੇ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਦੀ ਗੱਲ ਕਰਨੀ ਹੈ। ਜਿਹੜੇ ਨੌਜਵਾਨ ਜੇਲ੍ਹਾਂ 'ਚ ਬੰਦ ਨੇ ਵੱਲੋਂ ਕਿਹਾ ਕਿ ਜਿਹੜਾ ਦੀਪ ਸਿੱਧੂ ਦੀ ਜਾਣਕਾਰੀ ਦੇਗਾ ਉਹਨੂੰ 1 ਲੱਖ ਰੁਪਏ ਇਨਾਮ ਦਿੱਤਾ ਜਾਏਗਾ। ਮੈਂ ਆਹੀ ਬੇਨਤੀ ਕਰਦਾ, ਮੈਂ ਦੀਪ ਸਿੱਧੂ ਨੂੰ, ਲੱਖਾ ਸਦਾਣਾ ਛੋਟੇ ਭਰਾ ਹੈਗੇ ਆ, ਕਿਸਾਨ ਸੰਯੁਕਤ ਮੋਰਚੇ ਦੇ ਲੀਡਰ ਸਾਹਿਬਾਨ ਬੜੇ ਬੁੱਧੀਮਾਨ ਲੋਕ ਆ, ਜਿਨ੍ਹਾਂ ਨੇ ਇੰਨੀ ਬੁੱਧੀਮਾਨਤਾ ਦੇ ਨਾਲ ਇੱਥੋਂ ਤੱਕ ਅੰਦੋਲਨ ਨੂੰ ਲੈ ਕੇ ਗਏ ਆ। ਮੇਰੀ ਇਹਨਾਂ ਨੂੰ ਅਪੀਲ ਆ ਵੀ ਕਿਰਪਾ ਕਰਕੇ ਆਪੋ ਆਪਣੇ ਸਪੋਰਟਰਾਂ ਨੂੰ, ਆਪੋ ਆਪਣੇ ਜੁੜੇ ਹੋਏ ਵਰਗਾਂ ਨੂੰ ਸਮਝਾ ਦਿਓ ਵੀ ਅਸੀਂ ਨਹੀਂ ਲੜਨਾ ਆਪਸ ਦੇ ਵਿੱਚ, ਸਾਡੀ ਲੜਾਈ ਕੇਂਦਰ ਦੇ ਨਾਲ ਆ। ਅਸੀਂ ਕੇਂਦਰ ਨਾਲ ਨਜਿੱਠ ਲਈਏ, ਜਿਹੜੀ ਆਪਸੀ ਕੜਤਨਾ ਫਿਰ ਕੱਢ ਲਵਾਂਗੇ। ਜਿਹੜੇ ਨੌਜਵਾਨਾਂ ਦੇ ਪਰਚੇ ਕੱਟੇ ਗਏ ਜੀ ਜਾਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਬਾਰੇ ਕੀ ਬਾਤ? ਬਾਬਾ ਜੀ ਸੁਣੋ ਮੇਰੀ ਗੱਲ, ਇਹ ਬੜੀ ਨਿੰਦਣਯੋਗ ਗੱਲ ਹੈਗੀ ਆ। ਤੁਸੀਂ ਯੂਆਪਾ ਦੇ ਤਹਿਤ UAPA 2019 'ਚ ਅਮੈਂਡਮੈਂਟ ਆਈ, ਸਭ ਤੋਂ ਪਹਿਲਾਂ ਵਿਰੋਧ ਲੋਕ ਇਨਸਾਫ ਪਾਰਟੀ ਨੇ ਕੀਤਾ UAPA ਦਾ, ਵੀ ਇਹ ਸੱਤਾਧਾਰੀ ਲੋਕਾਂ ਦਾ ਇੱਕ ਤੇਜ਼ਧਾਰ ਹਥਿਆਰ ਨਿਆਂ ਪਸੰਦ ਲੋਕਾਂ ਦੇ ਵਿਰੁੱਧ ਬਣ ਗਿਆ ਨਾ। ਦੇਸ਼ ਧਰੋਹ UAPA ਦੇ ਤਹਿਤ ਤੁਸੀਂ FIR ਦਰਜ ਕਰੋ, ਇਹ ਨਿੰਦਣਯੋਗ ਆ। ਤੁਸੀਂ ਨੈੱਟ ਬੰਦ ਕਰੋ, ਤੁਸੀਂ ਸੜਕਾਂ ਦੇ ਉੱਤੇ ਬੰਕਰ ਬਣਾ ਦਿਓ, ਤੁਸੀਂ ਸੂਏ ਗੱਡਦੇ ਹੋ, ਤੁਸੀਂ ਟੈਂਟ ਤੰਬੂ ਪਾੜਦੇ ਹੋ, ਤੁਸੀਂ ਆਪਣੇ ਪਹਾੜੇ ਦੇ ਟੱਟੂਆਂ ਤੋਂ ਵੱਟੇ ਮਰਵਾਓ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੜਦਾ ਅਸੀਂ ਦੂਣ ਸਵਾਏ ਹੋਏ। ਸਾਡੀ ਖੁਰਾਕ ਹੈ ਅੰਦੋਲਨ ਦੀ। ਇਹ ਜਿੰਨਾ ਸਰਕਾਰ ਦਬਾਉਣ ਦਾ ਯਤਨ ਕਰੇਗੀ, ਇਹ ਅੰਦੋਲਨ ਓਨਾ ਹੀ ਤਾਕਤਵਰ ਹੋਏਗਾ। ਲੋਕ ਸ਼ਾਮਲ ਸੀ। ਹਟਵਾ ਕੁਐਸਚਨ ਹੈ, ਇੱਕ ਲੇਡੀ ਜਿਹੜੀ ਤੁਹਾਡੇ ਤੇ ਲਗਾਤਾਰ ਐਲੀਗੇਸ਼ਨ ਲਗਾ ਰਹੀ ਹੈ, ਉਹ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਦੋਸਤ। ਹੁਣ ਤਾਂ ਹਾਈ ਕੋਰਟ ਕੀ, ਪੁਲਿਸ ਕੀ, ਸੱਚਾਈ ਤਾਂ ਸਾਰੀ ਸਾਹਮਣੇ ਆ ਗਈ। ਤੁਸੀਂ ਸੱਚ ਦੇ ਰਸਤੇ ਤੇ ਚੱਲਣਾ, ਤੁਹਾਡੇ ਤੇ FIR, ਥਾਣੇ ਚੌਂਕੀ ਦੀਆਂ ਹਵਾਲਾਤਾਂ, ਜੇਲ੍ਹ ਤੇ ਤੁਹਾਡੇ ਤੇ ਝੂਠੇ ਆਰੋਪ, ਇਹ ਤੁਸੀਂ ਤੈਅ ਕਰਕੇ ਚੱਲੋ। ਮੇਰੇ ਉੱਤੇ ਬਿਜਲੀ ਚੋਰੀ, ਲੋਕਾਂ ਦੀ ਜ਼ਮੀਨ ਜਾਇਦਾਦ ਦੱਬਣ ਦੇ, ਚਿੱਟਾ ਵੇਚਣ ਦੇ, ਰੇਪ ਦੇ ਕੋਈ ਦੋਸ਼ ਬਾਕੀ ਰਹਿ ਗਿਆ? ਲੇਕਿਨ ਉਹਦਾ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ, ਸੱਚ ਕਿੱਥੇ ਆ ਤੇ ਝੂਠ ਕਿੱਥੇ ਆ? ਇਹ ਲੋਕਾਂ ਦੀ ਕਚਹਿਰੀ 'ਚ ਸਮਾਂ ਲੱਗ ਜਾਂਦਾ, ਆ ਜਾਂਦਾ, ਆਉਣਾ ਸ਼ੁਰੂ ਹੋ ਗਿਆ। ਤੁਸੀਂ ਥੋੜਾ ਜਿਹਾ ਸਮਾਂ ਹੋਰ ਵੇਟ ਕਰੋ। ਸਾਰੀ ਸੱਚਾਈ ਕਿ ਇਸ ਰਮਾਇਣ ਨੂੰ ਲਿਖਣ ਦੇ ਪਿੱਛੇ, ਇਸ ਪਟਕਥਾ ਨੂੰ ਲਿਖਣ ਦੇ ਪਿੱਛੇ ਕਿਹੜੇ-ਕਿਹੜੇ ਲੋਕ ਸੀ ਤੇ ਉਹਨਾਂ ਨੇ ਕਿਵੇਂ-ਕਿਵੇਂ ਇਸ ਗੱਲ ਨੂੰ ਮੀਡੀਆ ਦੇ ਵਿੱਚ ਲੈ ਕੇ ਗਏ, ਸਾਰਾ ਤੁਹਾਡੇ ਸਾਹਮਣੇ ਆਊਗਾ। ਲੇਕਿਨ ਉਹ ਕਹਿ ਰਹੀ ਕਿ ਮੇਰੇ ਮਦਰ ਦੇ ਜਗਰ ਡੈਥ ਪਿੱਛੇ ਸਿਮਰਜੀਤ ਯਾਰ ਛੱਡੋ ਤੁਸੀਂ ਇਹ ਗੱਲਾਂ ਨੂੰ। ਮੈਂ ਕਹਿੰਦਾ ਤੁਸੀਂ, ਮੈਂ ਹਾਈ ਕੋਰਟ ਤੋਂ ਉੱਤੇ ਨਹੀਂਗਾ, ਮੈਂ ਵਿਰੋਧ ਦੇ ਵਿੱਚ ਆ। ਮੈਂ ਉਸ ਪਾਰਟੀ ਦਾ MLA ਜਿੱਥੇ ਸਿਰਫ 2 ਵਿਧਾਇਕ ਆ। ਸਰਕਾਰ ਦੇ ਐਕਸਪੋਜ਼ ਕਰਨੇ ਹੋਣ ਤੇ ਸਭ ਤੋਂ ਪਹਿਲਾਂ ਬੈਂਸ ਜਾਂਦਾ ਕਿ ਮੈਂ ਇਦਾਂ ਦਾ ਕੋਈ ਕੰਮ, ਤੁਸੀਂ ਸਿੱਧੇ ਤੌਰ ਤੇ ਸੋਚ ਕੇ ਦੇਖ ਲਓ, ਜਿਹੜਾ ਬੰਦਾ ਇਸ ਰਸਤੇ ਤੁਰਿਆ ਹੋਵੇ ਕੀ ਉਹ ਕੋਈ ਇਦਾਂ ਦਾ ਕੰਮ ਕਰਨ ਤਾਂ ਦੂਰ ਦੀ ਗੱਲ ਸੋਚ ਵੀ ਸਕਦਾ? ਉਹਦੇ ਜਿਹੜੇ, ਮੈਂ ਉਹ ਤੁਹਾਨੂੰ ਜਵਾਬ ਦੇ ਰਿਹਾ, ਉਹ ਸੁਪਰੀਮ ਹਾਈ ਕੋਰਟ ਤੋਂ ਉੱਤੇ ਨਹੀਂ, ਉਹ ਏਜੰਸੀਆਂ ਤੋਂ ਉੱਤੇ ਨਹੀਂ ਹੈਗੀ। ਸੋ ਤੁਸੀਂ ਸਬਰ ਕਰ ਲਓ ਥੋੜਾ ਜਿਹਾ। ਸਾਰਾ ਕੁਝ, ਕੋਈ ਬੰਦਾ ਉਹਦੀ ਫੈਮਿਲੀ ਦੇ ਵਿੱਚ ਮਰ ਗਿਆ, ਬੈਂਸ ਜ਼ਿੰਮੇਵਾਰ,
ਕਿਤੇ ਚਿੱਟਾ ਵਿਕ ਗਿਆ, ਜੇ ਉਹ ਕਿਤੇ ਬੈਂਸ ਦੀ ਪਾਰਟੀ ਦੇ ਵਿੱਚ ਕੋਈ ਬੰਦਾ ਰਿਹਾ ਉਹ ਵੀ ਬੈਂਸ, ਜੇ ਕਿਤੇ ਕੋਈ ਬਿਜਲੀ ਚੋਰੀ ਦੀ ਗੱਲ ਉਹ ਵੀ ਬੈਂਸ, ਜੇ ਕਿਤੇ ਕੋਈ ਕਿਸੇ ਦੀ ਜ਼ਮੀਨ ਤੇ ਕਬਜ਼ਾ ਹੈ ਉਹ ਵੀ ਬੈਂਸ। ਤੁਸੀਂ ਇਹ ਗੱਲਾਂ ਜਿਹੜੀਆਂ ਨੇ ਨਵੀਆਂ ਨਹੀਂ ਹੈਗੀਆਂ, ਇਹ ਬੜਾ ਪੁਰਾਣਾ ਸਫ਼ਰ ਚੱਲਦਾ ਆਇਆ ਔਰ ਇਹ ਚੱਲਦਾ ਰਹਿਣਾ। ਇਸ ਕਾਫਲੇ ਨੂੰ, ਸੱਚਾਈ ਦੇ ਕਾਫਲੇ ਨੂੰ, ਜਿਹੜਾ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ, ਉਹਨੂੰ ਕੋਈ ਰੋਕ ਨਹੀਂ ਸਕਦਾ।